Good morning students. Today topic is demonetization. Demonetization ਕੀ ਆ ਉਦੋਂ ਕੀ ਆ ਵਿਮੁੰਦਰੀਕਰਨ, ਇਹਨੂੰ ਪੰਜਾਬੀ 'ਚ ਕਹਿੰਦੇ ਆ ਨੋਟ ਦੀ ਬਦਲੀ। ਇਹ ਵਿੱਚ ਕੀ ਆ ਆਪਣੇ ਕੋਲ ਜਦੋਂ 8 ਨਵੰਬਰ 2016 ਦੇ ਵਿੱਚ ਮੋਦੀ ਸਰਕਾਰ ਨੇ ਕੀ ਕੀਤਾ ਸੀਗਾ, ਨੋਟ ਦੇ ਵਿੱਚ ਚੇਂਜਿਸ ਲੈ ਆਂਦੀਆਂ ਸੀ। ਉਹਨਾਂ ਨੇ 8 ਨਵੰਬਰ 2016 ਨੂੰ ਅੱਧੀ ਰਾਤ ਤੱਕ ਕਹਿ ਦਿੱਤਾ ਸੀਗਾ ਵੀ ਨੈਕਸਟ ਡੇ ਤੋਂ ਜਿਹੜੇ ਆਪਣੇ ਕੋਲ 500 ਅਤੇ 1000 ਦੇ ਜਿਹੜੇ ਨੋਟ ਆ ਉਹ ਨਹੀਂ ਚੱਲਣਗੇ। ਉਹਨਾਂ ਦੇ ਵਿੱਚ ਚੇਂਜਿਸ ਲੈ ਕੇ ਆਉਂਦੀਆਂ ਸੀਗੀਆਂ। ਉਹਨਾਂ ਦੇ ਕਈ ਐਡਵਾਂਟੇਜ ਆ ਅਤੇ ਕਈ ਡਿਸਐਡਵਾਂਟੇਜ ਵੀ ਆ। ਉਹ ਆਪਾਂ ਅੱਗੇ ਪਹਿਲਾਂ ਪੜ੍ਹਦੇ ਹਾਂ ਹੁੰਦਾ ਕੀ ਆ ਡੀਮੋਨੀਟਾਈਜੇਸ਼ਨ ਕੀ ਆ, ਇਹਦੇ ਨਾਲ ਕੀ ਹੋਇਆ। On the 8th November 2016, Government of India had announced the from today onwards rupee 500 and 1000 rupee note will not be the legal tender। 8 ਨਵੰਬਰ 2016 ਤੋਂ ਕੀ ਸੀ, ਗੌਰਮੈਂਟ ਇੰਡੀਆ ਦੀ ਗੌਰਮੈਂਟ ਨੇ ਕੀ ਕਿਹਾ ਸੀਗਾ ਵੀ 500 ਅਤੇ 1000 ਦੇ ਨੋਟ ਆ ਜਿਹੜੇ ਲੀਗਲ ਟੈਂਡਰ ਦੇ ਬਿਹਾਫ 'ਤੇ ਇਹ ਨਹੀਂ ਚੱਲਣਗੇ। ਇਹ ਮਤਲਬ ਕੀ ਆ, ਇਹਨਾਂ ਨੂੰ ਆਪਾਂ ਐਜ਼ ਆ ਮਨੀ ਦੇ ਰੂਪ ਦੇ ਵਿੱਚ ਨਹੀਂ ਡਿਕਲੇਅਰ ਕਰਾਂਗੇ। ਪਬਲਿਕ ਨੂੰ ਜਿਹੜੇ ਇਹ ਜਿਹੜੇ ਨੋਟ ਸੀਗੇ 500 ਅਤੇ 1000 ਦੇ, ਇਹ 30 ਦਸੰਬਰ 2016 ਤੱਕ ਇਹ ਬੈਂਕ ਦੇ ਵਿੱਚ ਡਿਪੋਜ਼ਿਟ ਕਰਨੇ ਪੈਣਗੇ। ਇਹ ਹੈ ਕਿ ਡੀਮੋਨੀਟਾਈਜੇਸ਼ਨ ਕੀ ਆ, ਇਜ਼ ਦੀ ਵਿਦਡਰਾਅਲ ਆਫ ਅ ਪਰਟੀਕੂਲਰ ਫਾਰਮ ਆਫ ਕਰੰਸੀ ਫਰੋਮ ਸਰਕੂਲੇਸ਼ਨ। ਪੂਰੇ ਸਰਕੂਲੇਸ਼ਨ ਦੇ ਵਿੱਚੋਂ ਜਿਹੜੀ ਇੱਦਾਂ ਦੀ ਕਰੰਸੀ ਆ ਜਿਹੜੀ ਨਾ ਇਨ ਫਿਊਚਰ ਨਾ ਯੂਜ਼ਫੁਲ ਹੋਵੇ, ਉਹਨੂੰ ਆਪਾਂ ਕੀ ਆ ਕੱਢ ਦਿੱਤਾ ਜਾਵੇ। ਇਸ ਪ੍ਰੋਸੈਸ ਦੇ ਲਈ ਕੀ ਆ, ਇਹਨੂੰ ਕਾਨੂੰਨੀ ਤੌਰ 'ਤੇ ਵੀ ਕੀ ਕਰ ਦਿੱਤਾ ਗਿਆ, ਬੰਦ ਕਰ ਦਿੱਤਾ ਗਿਆ। ਅਤੇ ਨਾ ਹੀ ਇਹ ਵਾਲੀ ਸੀਰੀ ਆ ਇਹਨੂੰ ਇਨ ਫਿਊਚਰ ਲਈ ਆਪਾਂ ਐਕਸੈਪਟੇਬਲ ਵੀ ਨਹੀਂ ਮੰਨਦੇ। ਨੈਕਸਟ ਹੈ ਆਪਣੇ ਕੋਲ ਡੀਮੋਨੀਟਾਈਜੇਸ਼ਨ। ਇਹਦੀ ਹਿਸਟਰੀ ਕੀ ਆ, ਜਿਹੜੀ ਫਸਟ ਟਾਈਮ ਇਹ ਅੱਜ ਤੱਕ 3 ਵਾਰੀ ਇਹਦੀ ਜਿਹੜੀ ਆ ਚੇਂਜਿਸ ਆਈਆਂ। ਪਹਿਲਾਂ ਕੀ ਆ, ਫਸਟ ਟਾਈਮ ਆ ਜਿਹੜੀ ਇੰਡੀਅਨ ਕਰੰਸੀ ਉਦੋਂ ਹੋਈ ਆ 1946 ਦੇ ਵਿੱਚ। ਇਹ ਕੀ ਇਹਦੇ ਵਿੱਚ ਬੈਨ ਕਰ ਦਿੱਤੇ ਸੀ 1000 ਐਂਡ 10000 ਦੇ ਨੋਟ। ਉਹਨਾਂ ਨੂੰ ਕੀਤਾ ਗਿਆ ਸੀ ਉਸ ਟਾਈਮ 'ਤੇ ਜਿਹੜੇ ਨੋਟ ਆ ਕਿਉਂ ਬੈਨ ਕੀਤੇ ਗਏ ਸੀ, ਬਲੈਕ ਮਨੀ ਨੂੰ ਰੋਕਣ ਲਈ। ਸੈਕਿੰਡ ਟਾਈਮ ਇਹ ਹੋਇਆ 1978 ਦੇ ਵਿੱਚ, ਜਦੋਂ ਕਿਸੇ ਮੋਰਾਰੀ ਦੇਸਾਈ ਸੀਗੇ ਹੈੱਡ, ਉਹਨਾਂ ਨੇ 1000 ਐਂਡ 5000 ਦੇ ਔਰ 10000 ਦੇ ਨੋਟ ਨੂੰ ਡੀਮੋਨੀਟਾਈਜੇਸ਼ਨ ਕੀਤਾ ਸੀਗਾ। ਨੈਕਸਟ ਆ ਉਸ ਤੋਂ ਬਾਅਦ 8 ਨਵੰਬਰ, ਤੁਹਾਨੂੰ ਪਤਾ ਹੀ ਆ 8 ਨਵੰਬਰ 2016 ਦੀ ਮਿਡਨਾਈਟ ਤੱਕ ਇਹਨਾਂ ਨੇ ਕੀ ਕਿਹਾ ਸੀਗਾ, ਇਹ ਨੋਟ ਆ ਨੈਕਸਟ ਡੇ ਤੋਂ ਨਹੀਂ ਚੱਲਣਗੇ। ਇਹਨਾਂ ਨੂੰ ਤੁਸੀਂ ਪਹਿਲਾਂ ਬੈਂਕਸ ਦੇ ਵਿੱਚ ਜਾ ਕੇ ਡਿਪੋਜ਼ਿਟ ਕਰਾਓਗੇ, ਉਸ ਤੋਂ ਬਾਅਦ ਤੁਹਾਡੇ ਲਈ ਨਿਊ ਨੋਟ ਜਿਹੜੇ ਸੀਗੇ ਉਹ ਜਾਰੀ ਕੀਤੇ ਗਏ ਸੀਗੇ। ਉਹਨਾਂ ਦਾ ਮੇਜਰ ਏਮ ਕੀ ਆ ਡੀਮੋਨੀਟਾਈਜੇਸ਼ਨ ਦਾ, ਇਹਦੇ ਵਿੱਚ ਕਿਹੜੀਆਂ ਟਰਮਸ ਹੈ ਵੀ ਕਿ ਕਾਹਦੇ ਲਈ ਯੂਜ਼ ਕਰ ਸਕਦੇ ਸੀਗੇ। ਇਹ ਕੀ ਆ, ਜੋ ਤੁਸੀਂ ਔਨਲਾਈਨ ਪੇਮੈਂਟ ਕਰ ਸਕਦੇ ਹਾਂ ਪੇਟੀਐਮ ਦੇ ਥਰੂ, ਆਪਣੇ ਡੈਬਿਟ ਕਾਰਡ ਦੇ ਥਰੂ। ਜਿਹੜੀਆਂ ਕਿ ਪੇਟੀਐਮ ਮਸ਼ੀਨਸ ਆਈ ਪੇਮੈਂਟ ਕਰਨ ਲਈ ਮਸ਼ੀਨਸ ਆ, ਉਹਨਾਂ ਦੇ ਥਰੂ ਆਪਣੀਆਂ ਜਿਹੜੀਆਂ ਨੀਡਸ ਨੂੰ ਫੁੱਲਫਿਲ ਕਰ ਸਕਦੇ ਹਾਂ। ਨੈਕਸਟ ਆਪਣੇ ਕੋਲ ਇੰਡੀਆ ਨੇ ਕੀ ਆ, ਇੱਕ ਕੈਸ਼ ਕਿੰਗ ਬਣਿਆ ਆ ਇੰਡੀਆ ਦੇ ਵਿੱਚ 98% ਹੋਈ ਆ। ਇਸ ਅਲੱਗ-ਅਲੱਗ ਜਿਹੜੇ ਆਪਣੇ ਕੋਲ ਦੇਸ਼ ਆ ਉਹਨਾਂ ਦੇ ਅਕੋਰਡਿੰਗਲੀ ਆਪਣੇ ਕੋਲ ਦੱਸਿਆ ਹੈ ਵੀ ਕਿਹੜੇ ਜਿਹੜੇ ਆ ਇਨਵੈਸਟਰਸ ਨੇ ਚੇਂਜਿਸ ਲੈ ਕੇ ਆਉਂਦੀਆਂ। UK ਦੇ ਵਿੱਚ 48% ਹੋਇਆ, USA ਦੇ ਵਿੱਚ 55%, ਆਸਟ੍ਰੇਲੀਆ ਦੇ ਵਿੱਚ 65 ਐਜ਼ ਇਟ ਇਜ਼ ਸੋ ਔਨ। ਨੈਕਸਟ ਆਪਣੇ ਕੋਲ ਵਟ ਆਰ ਦਾ ਕਾਜ਼ਸ ਆਫ ਡੀਮੋਨੀਟਾਈਜੇਸ਼ਨ। ਇਹਨਾਂ ਦੇ ਕਾਰਨ ਕੀ ਆ, ਇਹ ਕਾਹਦੇ ਲਈ ਕਿਉਂ ਇਹ ਵਿਮੁੰਦਰੀਕਰਨ ਨੂੰ ਕਿਉਂ ਕੀਤਾ ਗਿਆ। ਇਹਨਾਂ ਨੂੰ ਤਾਂ ਕੀਤਾ ਗਿਆ, ਫਸਟ ਵਨ ਆ ਬਲੈਕ ਮਾਰਕੀਟਿੰਗ, ਜਿਹੜੀ ਚੋਰ ਬਾਜ਼ਾਰੀ ਦੀ ਮਾਰਕੀਟਿੰਗ ਆ ਉਹਨੂੰ ਰੋਕਣ ਲਈ। ਕਰੰਸੀ ਸਟੋਰੇਜ, ਕਰੰਸੀ ਦਾ ਜਿਹੜਾ ਆ ਭੰਡਾਰ ਆ ਉਹਨੂੰ ਕਰਨ ਲਈ। ਕਰਪਸ਼ਨ, ਭ੍ਰਿਸ਼ਟਾਚਾਰ ਨੂੰ ਰੋਕਣ ਲਈ। ਫੇਕ ਕਰੰਸੀ ਇਨ ਦੀ ਇਕੋਨਮੀ, ਜਿਹੜੀ ਕਿ ਨਕਲੀ ਨੋਟ ਆ ਉਹਨਾਂ ਨੂੰ ਖ਼ਤਮ ਕਰਨ ਦੇ ਲਈ ਜਿਹੜੇ ਆ ਉਹਨੂੰ ਡੀਮੋਨੀਟਾਈਜੇਸ਼ਨ ਦਾ ਜਿਹੜਾ ਜਨਮ ਦਿੱਤਾ ਗਿਆ। ਇਹ ਕੀ ਆ, ਹੁਣ ਇਹਦੇ ਕੀ ਆ ਮੈਰਿਟਸ ਐਂਡ ਡੀਮੈਰਿਟਸ, ਪ੍ਰੋਜ਼ ਐਂਡ ਕੌਨਸ ਆਫ ਡੀਮੋਨੀਟਾਈਜੇਸ਼ਨ ਦੇ ਆ। ਫਸਟ ਵਨ ਹੈ ਅਟੈਕ ਔਨ ਬਲੈਕ ਮਨੀ ਹੋਲਡਰਸ। ਜਿਹੜੇ ਬਲੈਕ ਮਨੀ ਹੋਲਡਰਸ ਆ ਉਹਨਾਂ 'ਤੇ ਅਟੈਕ ਕੀਤਾ ਗਿਆ। ਉਹਨਾਂ ਦੇ ਨਾਲ ਕੀ ਆ, ਕਹਿੰਦੇ ਹਾਰਡ ਕੰਪਲੀਟਲੀ ਉਹਦੀਆਂ ਜਦੋਂ ਡੀਮੋਨੀਟਾਈਜੇਸ਼ਨ ਹੋ ਗਿਆ, ਜਿਹੜੇ ਬਲੈਕ ਮਨੀ ਯੂਜ਼ ਕਰਦੇ ਪਏ ਸੀਗੇ ਉਹਨਾਂ ਦਾ ਖਾਤਮਾ ਹੋ ਗਿਆ।
ਉਹਨਾਂ ਦੇ ਉਹਨਾਂ ਨੂੰ ਨਵੀਂ ਉਹਨਾਂ ਦੇ ਕੋਲ ਜਿਹੜੀ ਆ ਬਲੈਕ ਮਨੀ ਖਤਮ ਹੀ ਹੋ ਗਈ। ਉਹਨਾਂ 'ਤੇ ਕੀ ਕੀਤਾ ਗਿਆ, ਉਹਨਾਂ ਨੂੰ ਕਿਹਾ ਗਿਆ ਵੀ ਇੰਨੇ ਟਾਈਮ ਤੱਕ ਜਿਹੜੀ ਹੈ ਤੁਸੀਂ ਮਨੀ ਡਿਪੋਜ਼ਿਟ ਕਰਾਉਣੀ ਆ, ਅਗਰ ਤੁਹਾਡੇ ਕੋਲ 200% ਤੋਂ ਵੱਧ ਹੁੰਦੀ ਆ ਤਾਂ ਤੁਹਾਨੂੰ ਇਨਕਮ ਟੈਕਸ ਦੀ ਪੈਨਲਟੀ ਪੇ ਕਰਨੀ ਪਏਗੀ। ਨੈਕਸਟ ਆਪਣੇ ਕੋਲ ਡੈਥ ਨਾਲ ਟੂ ਫੇਕ ਕਰੰਸੀ ਰੈਕਟਸ, ਜਿਹੜੀ ਆਪਣੇ ਕੋਲ ਫੇਕ ਕਰੰਸੀ ਸੀ ਉਹਦਾ ਖਾਤਮਾ ਕਰਨਾ। ਕੀ ਆ ਮੋਸਟ ਆਫ ਦਾ ਫੇਕ ਕਰੰਸੀ ਸੀਗੀ ਡੀਮੋਨੀਟਾਈਜੇਸ਼ਨ। 500 ਤੇ 1000 ਨੋਟ ਦੇ ਸੀਗੇ, 500 ਤੇ 1000 ਦੇ ਜਿਹੜੇ ਨੋਟ ਸੀਗੇ, ਮੋਦੀ ਨੇ ਕੀ ਕੀਤਾ, ਇਹਨੂੰ ਅਨਥੈਟਿਕਲੀ ਇਹਨੂੰ ਰੈਕਟਲੀ ਕੰਪਲੀਟ ਕਰਨ ਲਈ, ਇਹਨਾਂ ਨੂੰ ਖ਼ਤਮ ਕਰਨ ਲਈ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ। ਇਹਦਾ ਕੀ ਆ ਇਨ ਫਿਊਚਰ ਉਸ ਮਨੀ ਨੂੰ ਯੂਜ਼ ਨਾ ਕੀਤਾ ਜਾਏ। ਨੈਕਸਟ ਹੈ ਐਂਡ ਆਫ ਦਾ ਟੈਰਰਿਸਟ ਫੰਡਿੰਗ, ਜਿਹੜੇ ਕੀ ਆ ਟੈਰਰਿਸਟ ਫੰਡਿੰਗ ਆ ਉਹਦਾ ਖਾਤਮਾ ਕੀਤਾ ਗਿਆ। ਜਦੋਂ ਆਪਣੇ ਕੋਲ ਜਿਹੜੀ ਮਨੀ ਆ ਉਹ ਜ਼ਿਆਦਾ ਅਮਾਊਂਟ ਦੇ ਵਿੱਚ ਸੀਗੀ, ਉਹਨੂੰ ਡੀਮੋਨੀਟਾਈਜ਼ ਕਰਨ ਦੇ ਲਈ ਇਹਦੇ ਵਿੱਚ ਇਸ ਫੰਡ ਨੂੰ ਇਸਲਾਮ ਟੈਰਰਿਸਟ ਔਰ ਨੈਕਸਲਿਟਿਕਸ ਦੇ ਵਿੱਚ ਕੀ ਕੀਤਾ ਗਿਆ, 500 ਤੇ 1000 ਦੇ ਨੋਟ ਜਿਹੜੇ ਜ਼ਿਆਦਾ ਯੂਜ਼ ਕੀਤੇ ਜਾਂਦੇ ਸੀਗੇ। ਹੁਣ ਕੀ ਕੀਤਾ ਜਾਂਦਾ ਹੈ, ਇਸ ਆਰਗੇਨਾਈਜੇਸ਼ਨ ਦੇ ਵਿੱਚ ਜਿਹੜੇ ਕਿ ਸ਼ਾਰਟੇਜ ਫੰਡਸ ਆ ਉਹ ਸਫਰ ਕਰਦੇ ਪਏ ਆ। ਮੋਸਟ ਆਫ ਦਾ ਟੈਰਰਿਸਟ ਕੀ ਕਰਦੇ ਸੀਗੇ, ਇਹ ਵਾਲੇ ਫੰਡਸ ਨੂੰ ਆਪਣੀਆਂ ਆਰਮਸ ਦੇ ਵਿੱਚ ਰੱਖਦੇ ਸੀ। ਇਨ ਫਿਊਚਰ ਹੋ ਕੇ ਉਹਨਾਂ ਦੇ ਔਜ਼ਾਰ ਲੈ ਲਏ, ਉਹਨਾਂ ਨੂੰ ਯੂਜ਼ ਕਰਦੇ ਸੀਗੇ। ਇਹ ਉਹਨਾਂ ਨੂੰ ਖ਼ਤਮ ਕਰਨ ਦੇ ਲਈ ਇਹਨੂੰ ਬੈਨ ਕਰਨਾ ਪਿਆ। ਨੈਕਸਟ ਹੈ ਟਰਾਂਸਪੇਰੈਂਸੀ। ਇਹਦੇ ਨਾਲ ਸਪਸ਼ਟ ਤੌਰ 'ਤੇ ਜਿਹੜੀ ਟਰਾਂਸਪੇਰੈਂਸੀ ਆ ਗਈ, ਆਪਾਂ ਕਿਉਂ ਹੁਣ ਜਿਹੜੇ ਲੋਕ ਆ ਜ਼ਿਆਦਾ ਔਨਲਾਈਨ ਟ੍ਰਾਂਜੈਕਸ਼ਨਸ ਕਰਨ ਲੱਗ ਪਏ, ਇਹਦੇ ਨਾਲ ਜਿਹੜੀ ਫਾਈਨੈਂਸ਼ੀਅਲ ਇੰਟੈਲੀਜੈਂਸੀ ਯੂਨਿਟ ਆ ਉਹ ਆ ਗਈ, ਜਿਹਦੇ ਨਾਲ ਜਿਹੜੀਆਂ ਸਾਰੀਆਂ ਟ੍ਰਾਂਜੈਕਸ਼ਨਸ ਆ ਉਹ ਔਨਲਾਈਨ ਹੋਣ ਲੱਗ ਪਈਆਂ। ਇਹਦੇ ਨਾਲ ਜਿਹੜਾ ਆਪਣਾ ਸੈਕਟਰ ਆ ਉਹ ਰੀਅਲ ਈਸਟੇਟ ਬਣ ਗਿਆ, ਕਿਉਂ ਸਾਰੀਆਂ ਦੀਆਂ ਸਾਰੀਆਂ ਬਾਇਆ ਆਪ ਐਮਾਜ਼ੋਨ, ਫਲਿੱਪਕਾਰਟ, ਪੇਟੀਐਮ ਦੇ ਥਰੂ ਜਿਹੜੀਆਂ ਟ੍ਰਾਂਜੈਕਸ਼ਨਸ ਕਰਨ ਲੱਗ ਪਏ। ਨੈਕਸਟ ਹੈ ਟੂਵਰਡਸ ਆ ਕੈਸ਼ਲੈਸ ਇਕੋਨਮੀ। ਹੁਣ ਜਿਹੜੀ ਆਪਣੀ ਇਕੋਨਮੀ ਆ, ਕਿਉਂਕਿ ਆਪਾਂ ਜਿਹੜੀਆਂ ਟ੍ਰਾਂਜੈਕਸ਼ਨਸ ਆ ਔਨਲਾਈਨ ਕਰਨ ਲੱਗ ਪਏ, ਹੁਣ ਆਪਾਂ ਨੂੰ ਕੈਸ਼ ਆਪਣੇ ਕੋਲ ਜ਼ਿਆਦਾ ਅਮਾਊਂਟ ਦੇ ਵਿੱਚ ਰੱਖਣ ਦੀ ਲੋੜ ਨਹੀਂ ਪਈ। 100% ਜਿਹੜੀ ਆ ਲੋਕੀ ਆ ਉਹ ਆਪਣੇ ਵਨ ਪਲੇਸ ਟੂ ਅਨਦਰ ਪਲੇਸ ਤੱਕ ਆਪਣੇ ਕੋਲ ਕੈਸ਼ ਨਹੀਂ ਲੈ ਕੇ ਜਾਂਦੇ। ਇੱਕ ਉਹਨਾਂ ਦੇ ਕੋਲ ਪਲਾਸਟਿਕ ਦਾ ਜਿਹੜਾ ਆ ATM ਕਾਰਡ, ਡੈਬਿਟ ਕਾਰਡ, ਕ੍ਰੈਡਿਟ ਕਾਰਡ ਆ, ਜਿਹੜੇ ਕਿ ਉਹਦੇ ਥਰੂ ਆਪਣੀਆਂ ਜਿਹੜੀਆਂ ਗੁੱਡਸ ਐਂਡ ਸਰਵਿਸਿਜ਼ ਨੂੰ ਉਹ ਬਾਏ ਐਂਡ ਸੇਲ ਕਰ ਸਕਦੇ ਆ ਵਿਦ ਦਾ ਹੈਲਪ ਆਫ ਟਰਾਂਸਪੇਰੈਂਸੀ। ਇਹਦੇ ਨਾਲ ਕੀ ਆ ਜਿਹੜੀ ਆ ਕੋਈ ਕਿਹੜੀਆਂ ਟਰਮਸ ਐਂਡ ਕਿਹੜੀਆਂ ਉਹ ਆਪਣੀਆਂ ਸਾਈਟਸ ਨੂੰ ਯੂਜ਼ ਕਰਨ ਲੱਗ ਪਏ, ਲਾਈਕ ਐਜ਼ ਆ ਪੇਟੀਐਮ ਦੇ ਥਰੂ ਆਪਾਂ ਹੁਣ ਆਪਾਂ ਬਿਜਲੀ ਦਾ ਬਿੱਲ ਦੇ ਸਕਦੇ ਹੋ। ਹੁਣ ਐਟ ਪ੍ਰੈਜ਼ੈਂਟ ਆਪਾਂ ਨੂੰ ਪਤਾ ਆ ਲੋਕਡਾਊਨ ਦੇ ਟਾਈਮ ਦੇ ਵਿੱਚ ਆਪਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਨਹੀਂ ਜਾ ਸਕਦੇ ਸੀ, ਅਤੇ ਆਪਾਂ ਜਿਹੜੀ ਸ਼ੋਪਿੰਗ ਵੀ ਆ ਉਹ ਵੀ ਘਰ ਬੈਠੇ ਕਰ ਰਹੇ ਸੀਗੇ। ਨਾਲ ਦੀ ਨਾਲ ਜਿਹੜੀਆਂ ਆਪਣੀਆਂ ਡੇਲੀ ਨੀਡਸ ਦੀਆਂ ਲਾਈਕ ਐਜ਼ ਆ ਫੋਨ ਦਾ ਬਿੱਲ ਆ ਪੇ ਕਰਨਾ, ਉਹ ਆਪਾਂ ਔਨਲਾਈਨ ਪੇ ਕਰ ਰਹੇ ਹਾਂ। ਆਪਣੇ ਬਿਜਲੀ ਦੇ ਬਿੱਲ ਆ ਉਹ ਔਨਲਾਈਨ ਪੇ, ਪਾਣੀ ਦੇ ਬਿੱਲ ਆ ਉਹ ਵੀ ਔਨਲਾਈਨ ਪੇ ਕਰ ਰਹੇ ਹਾਂ। ਕਿਹਦੀ ਹੈਲਪ ਦੇ ਨਾਲ ਕਰ ਰਹੇ ਹਾਂ, ਆਪਾਂ ਡੈਬਿਟ ਔਰ ਕ੍ਰੈਡਿਟ ਕਾਰਡ ਦੀ ਹੈਲਪ ਦੇ ਨਾਲ। ਨੈਕਸਟ ਆਪਣੇ ਕੋਲ ਕੌਨਸ ਆਫ ਡੀਮੋਨੀਟਾਈਜੇਸ਼ਨ ਇਨ ਇੰਡੀਆ। ਹੁਣ ਇਹਦੇ ਨਾਲ ਕੀ ਆ, ਇਹਦੇ ਡਿਸਐਡਵਾਂਟੇਜਸ ਕਿਹੜੇ ਆ। ਜਦੋਂ ਇਹਦੇ ਵਿੱਚ ਜਦੋਂ ਇੱਕਦਮ ਹੀ ਚੇਂਜ ਆ ਗਿਆ ਤਾਂ ਬੈਂਕ ਦੇ ਵਿੱਚ ਕੀ ਪੈ ਗਿਆ, ਰਸ਼ ਪੈ ਗਿਆ। ਬੈਂਕ ਦੇ ਵਿੱਚ ਉਹ ਜ਼ਿਆਦਾ ਰਸ਼ ਹੋਣ ਕਾਰਨ ਲੋਕਾਂ ਦੀਆਂ ਜਿਹੜੀਆਂ ਬੈਂਕਾਂ ਦੇ ਅੱਗੇ ਲਾਈਨਸ ਲੱਗਣ ਲੱਗ ਪਈਆਂ, ਉਹ ਜ਼ਿਆਦਾ ਸਫਰ ਕਰਨ ਲੱਗ ਪਏ ਵੀ ਉਹਨਾਂ ਨੂੰ ਟਾਈਮ ਲਿਮਿਟ ਦੇ ਦਿੱਤੀ ਗਈ ਵੀ ਇੰਨੇ ਟਾਈਮ ਤੋਂ ਬਾਅਦ ਤੁਸੀਂ ਨਹੀਂ ਬੈਂਕ ਦੇ ਵਿੱਚ ਪੈਸੇ ਕਢਵਾਉਣ ਆ ਸਕਦੇ, ਇੰਨੀ ਅਮਾਊਂਟ ਤੋਂ ਇੰਨੀ ਅਮਾਊਂਟ ਤੱਕ ਤੁਸੀਂ ਨਹੀਂ ਕਢਵਾ ਸਕਦੇ। ਆਈ ਥਿੰਕ 20,000 ਤੋਂ ਵੱਧ ਨਹੀਂ ਕਢਵਾ ਸਕਦੇ ਸੀਗੇ, ਤੁਸੀਂ ਥੋੜ੍ਹੇ ਹੀ ਚੇਂਜ ਕਰ ਸਕਦੇ ਸੀ। ਅਗਰ ਜੇ 20,000 ਤੋਂ ਆਈ ਥਿੰਕ 20% ਜਿਹੜਾ 200% ਜੇ ਸੀਗਾ ਤਾਂ ਉਹਦੇ 'ਤੇ ਤੁਹਾਨੂੰ ਟੈਕਸ ਪੈਨਲਟੀ ਪੇ ਕਰਨੀ ਪੈਂਦੀ ਸੀਗੀ। ਬਹੁਤ ਪ੍ਰੋਬਲਮਸ ਇਹਦੇ ਨਾਲ ਕ੍ਰੀਏਟ ਹੋਈਆਂ। ਨਾਲ ਦੀ ਨਾਲ ਸ਼ਾਰਟੇਜ ਆਫ ਮਨੀ ਟੂ ਕਾਮਨ ਪੀਪਲ। ਹੁਣ ਆਮ ਲੋਕਾਂ ਦੇ ਕੋਲ ਤਾਂ ਇੰਨਾ ਪੈਸਾ ਨਹੀਂ ਹੁੰਦਾ ਵੀ ਆਪਣੀਆਂ ਡੇਲੀ ਨੀਡਸ ਨੂੰ ਫੁੱਲਫਿਲ ਕਰ ਸਕਣ। ਉਹਨਾਂ ਕੋਲ ਜਿੰਨੇ ਪੈਸੇ ਸੀਗੇ 500 ਤੇ 1000 ਦੇ ਨੋਟ, ਉਹਨਾਂ ਦੇ ਵਿੱਚ ਵੀ ਸ਼ਾਰਟੇਜ ਆ ਗਈ। ਉਹਨਾਂ ਨੂੰ ਤਾਂ ਰੋਟੀ ਇਹਦੇ ਨਾਲ ਆਉਣ ਦੇ ਕਾਰਨ ਜਿਹੜੀਆਂ ਉਹਨਾਂ ਦੀਆਂ ਡੇਲੀ ਨੀਡਸ ਸੀਗੀਆਂ ਉਹ ਵੀ ਫੁੱਲਫਿਲ ਨਹੀਂ ਹੋ ਪਾਉਂਦੀਆਂ ਸੀ। ਸਟਾਕ ਮਾਰਕੀਟ ਦੇ ਵਿੱਚ ਵੀ ਬਹੁਤ ਚੇਂਜਿਸ ਆਈਆਂ, ਜਿਹਦੇ ਕਰਕੇ ਕਹਿੰਦੇ ਜਿਹੜਾ ਆਪਣੀ ਮਾਰਕੀਟ ਆ ਉਹ ਕਪਲ ਆਫ ਟਰੰਪ ਵਿਕਟਰੀ 'ਤੇ ਆਇਆ, ਜਿਹਦੇ ਕਰਕੇ ਬੈਡ ਇਫੈਕਟ ਪਿਆ। ਸੈਂਸੈਕਸ ਦਾ ਜਿਹੜਾ ਹੈ ਕਹਿੰਦੇ 1600 ਪੁਆਇੰਟ ਜਿਹੜੇ ਓਪਨ ਹੋ ਗਏ, ਜਿਹਦੇ ਨਾਲ ਆਪਣੀ ਜਿਹੜਾ ਟਰੇਡ ਆ ਉਹਦੇ 'ਤੇ ਗਿਆ ਨੈਗੇਟਿਵ ਇੰਪੈਕਟ ਪਿਆ। ਨੈਕਸਟ ਹੈ ਆਪਣੇ ਕੋਲ ਸ਼ਾਰਟ ਟਰਮ ਇਨਫਲੇਮੇਸ਼ਨ ਮੀਨਸ ਜਿਹੜਾ ਥੋੜ੍ਹੇ ਸਮੇਂ ਲਈ ਜਿਹੜੀ ਕੀ ਆ ਆਪਣੀ ਜਿਹੜੀ ਇਕੋਨਮੀ ਆ ਸਥਿਤੀ ਦੇ ਵਿੱਚ ਆ ਗਈ।
ਇਹਦੇ ਵਿੱਚ ਜਿਹੜੀ ਆਪਣੇ ਕੋਲ ਜਿਹੜਾ ਵਾ ਉਸ ਟਾਈਮ 'ਤੇ ਕੀ ਹੋਇਆ, ਆਪਣੀ ਜਿਹੜੀ ਕਰੰਸੀ ਤਾਂ ਘਟ ਗਈ, ਪਰ ਜਿਹੜਾ ਆਪਣਾ ਗੋਲਡ ਦਾ ਰੇਟ ਆ, ਵੈਜੀਟੇਬਲਸ ਦਾ ਰੇਟ ਆ, ਉਹ ਹਾਈ ਰੇਟ 'ਤੇ ਪਹੁੰਚ ਗਿਆ। ਉਹਨੇ ਆਸਮਾਨ ਨੂੰ ਉਹਨੇ ਛੂ ਲਿਆ। ਹੁਣ ਵੀ ਦੇਖਦੇ ਹਾਂ ਅੱਜ ਦੇ ਰੇਟ ਦੇ ਵਿੱਚ ਵੀ ਜਿਹੜਾ ਆਪਣਾ ਗੋਲਡ ਦਾ ਰੇਟ ਆ 48,000 ਦੇ ਨੀਅਰ ਜਾ ਪੁੱਜਾ ਆ। ਉਸ ਟਾਈਮ ਦੇ ਵਿੱਚ ਆਪਣੇ ਕੋਲ ਸੀਗਾ 28,000 25,000, ਦੁੱਗਣਾ ਹੋ ਚੁੱਕਾ ਆ ਉਸ ਤੋਂ ਬਾਅਦ, ਜਿਹਦੇ ਕਰਕੇ ਜਿਹੜਾ ਕਾਮਨ ਮੈਨ ਆ ਜਿਹਦੀਆਂ ਡੇਲੀ ਨੀਡਸ ਫੁੱਲਫਿਲ ਨਹੀਂ ਹੁੰਦੀਆਂ, ਉਹਨੂੰ ਵੈਜੀਟੇਬਲ ਲੈਣ ਦੇ ਵਿੱਚ ਵੀ ਔਖਿਆਈ ਆ ਗਈ। ਨੈਕਸਟ ਇਫੈਕਟ ਔਨ ਮਨੀ ਸਪਲਾਈ। ਮਨੀ ਸਪਲਾਈ 'ਤੇ ਕੀ ਇੰਪੈਕਟ ਪਿਆ? 500 ਅਤੇ 1000 ਦੇ ਕਹਿੰਦੇ ਜਦੋਂ ਨੋਟ ਆ ਉਹ ਚੇਂਜ ਹੋਏ, ਇਹਦੇ ਨਾਲ ਕੀ ਆ, ਜਿਹੜੇ ਰੁਪੀ ਨੋਟ ਆ ਉਹ ਹੌਲੀ ਹੌਲੀ ਸਰਕੂਲੇਟ ਹੋਣੇ ਸ਼ੁਰੂ ਹੋਏ ਮਾਰਕੀਟ ਦੇ ਵਿੱਚ, ਜਿਹਦੇ ਕਰਕੇ ਜਿਹੜੇ ਆਪਣੇ ਕੋਲ ਥੋੜ੍ਹੇ ਟਾਈਮ ਦੇ ਵਿੱਚ ਜਿਹੜੀ ਨੋਟਾਂ ਦੀ ਸਰਕੂਲੇਸ਼ਨ ਸੀ ਉਹ ਘੱਟ ਸੀਗੀ, ਜਿਹਦੇ ਕਰਕੇ ਉਹਨੂੰ ਹੌਲੀ ਹੌਲੀ ਉਹਨਾਂ ਨੇ ਰੀਐਂਟਰ ਕਰਨਾ ਸ਼ੁਰੂ ਕਰ ਦਿੱਤਾ। ਜਿਹੜੀ ਆਪਣਾ ਸਪਲਾਈ ਸੀ ਉਹ ਪਰਮਾਨੈਂਟਲੀ ਕੀ ਹੋਣਾ ਹੋ ਗਿਆ, ਡਿਕਰੀਜ਼ ਹੋਣਾ ਸ਼ੁਰੂ ਹੋ ਗਿਆ। ਇਹਦੇ ਨਾਲ ਹੀ ਜਿਹੜੇ ਆਪਣੇ ਕੋਲ ਕਹਿੰਦੇ ਨਵੇਂ ਨੋਟਸ ਸੀਗੇ ਜਦੋਂ ਮਾਰਕੀਟ ਦੇ ਵਿੱਚ ਆਏ, ਉਹ ਮਿਸਮੈਚ ਕਰਨੇ ਔਖੇ ਹੋ ਗਏ, ਉਹਨਾਂ ਦੀ ਪਹਿਚਾਣ ਕਰਨੀ ਔਖੀ ਹੋ ਗਈ। ਕਈ ਲੋਕਾਂ ਨੇ ਉਹਨਾਂ ਨੇ ਕੀ ਕੀਤਾ, ਜਦੋਂ ਨਵੇਂ ਨੋਟ ਆਏ ਸੇਮ ਉੱਦਾਂ ਦੇ ਨੋਟ ਨਕਲੀ ਵੀ ਛਾਪਣੇ ਸ਼ੁਰੂ ਕਰ ਦਿੱਤੇ, ਜਿਹਦੇ ਕਰਕੇ ਲੋਕਾਂ ਨੂੰ ਬਹੁਤੀ ਪ੍ਰੋਬਲਮ ਦਾ ਸਾਹਮਣਾ ਕਰਨਾ ਪਿਆ। ਨੈਕਸਟ ਇਫੈਕਟ ਔਨ ਡਿਮਾਂਡ। ਡਿਮਾਂਡ 'ਤੇ ਕੀ ਇਫੈਕਟ ਪਿਆ? ਓਵਰਆਲ ਜਿਹੜਾ ਕਹਿੰਦੇ ਜਿਹੜੀ ਡਿਮਾਂਡ 'ਤੇ ਇਫੈਕਟ ਪਿਆ, ਕੰਜ਼ਿਊਮਰ ਦੀਆਂ ਗੁੱਡਸ 'ਤੇ ਇੰਪੈਕਟ ਪਿਆ, ਰੀਅਲ ਈਸਟੇਟ ਐਂਡ ਪ੍ਰੋਪਰਟੀ 'ਤੇ ਇਫੈਕਟ ਪਿਆ, ਗੋਲਡ 'ਤੇ ਲਗਜ਼ਰੀ 'ਤੇ ਇੰਪੈਕਟ ਪਿਆ। ਕਿਉਂਕਿ ਜਿਹੜਾ ਗੋਲਡ ਆ ਉਹਦਾ ਰੇਟ ਵੀ ਵੱਧ ਗਿਆ, ਜਿਹੜੀਆਂ ਮਹਿੰਗੀਆਂ ਵਸਤੂਆਂ ਆ ਉਹਨਾਂ ਦਾ ਵੀ ਰੇਟ ਵੱਧ ਗਿਆ, ਪ੍ਰੋਪਰਟੀ ਦਾ ਵੀ ਰੇਟ ਵੱਧ ਗਿਆ। ਜਿਹੜੀਆਂ ਆਟੋਮੋਬਾਈਲਸ ਆ, ਹੁਣ ਆਪਾਂ ਕਹਿੰਦੇ ਹਾਂ ਔਨਲਾਈਨ ਜਿਹੜੀਆਂ ਟ੍ਰਾਂਜੈਕਸ਼ਨਸ ਕੀਤੀਆਂ ਜਾਂਦੀਆਂ ਆ ਉਹਨਾਂ 'ਤੇ ਵੀ ਚਾਰਜਿਸ ਲੱਗਣੇ ਸ਼ੁਰੂ ਹੋ ਗਏ। ਇਹ ਸਾਰੀਆਂ ਟ੍ਰਾਂਜੈਕਸ਼ਨਸ ਆ ਜਿਹੜੀਆਂ ਆ, ਇਹ ਸਾਰੇ ਸੈਕਟਰਸ 'ਤੇ ਜ਼ਿਆਦਾ ਇਫੈਕਟ ਪਿਆ। ਨੈਕਸਟ ਹੈ ਆਪਣੇ ਕੋਲ ਇਫੈਕਟ ਔਨ ਪ੍ਰਾਈਜ਼ਸ। ਪ੍ਰਾਈਜ਼ਸ 'ਤੇ ਇਫੈਕਟ ਕੀ ਪਿਆ? ਕਹਿੰਦੇ ਜਦੋਂ ਆਪਣਾ ਜਿਹੜਾ ਆ ਡੀਮੋਨੀਟਾਈਜੇਸ਼ਨ ਆਇਆ, ਉਹਦਾ ਡਿਮਾਂਡ ਮੋਡਰਨਾਈਜੇਸ਼ਨ ਹੋ ਗਈ ਆਪਣੀ, ਕਿਉਂਕਿ ਆਪਾਂ ਜਿਹੜੀਆਂ ਡਿਮਾਂਡ ਕਰਨ ਲੱਗ ਪਏ ਉਹ ਔਨਲਾਈਨ ਕਰਨ ਲੱਗ ਪਏ, ਜਿਹਦੇ ਕਰਕੇ ਆਪਾਂ ਨੂੰ ਕੀ ਆ, ਜਿਹੜਾ ਪ੍ਰਾਈਜ਼ ਆ ਉਹ ਘਟ ਗਏ। ਫਸਟ ਵਨ ਆ ਕੰਜ਼ਿਊਮਰ ਗੁੱਡਸ। ਕੰਜ਼ਿਊਮਰ ਗੁੱਡਸ ਕੀ ਆ, ਜਿਹਨਾਂ ਕੀ ਆ ਪ੍ਰਾਈਜ਼ ਆ, ਕਹਿੰਦੇ ਜਿਹੜੇ ਆਪਾਂ ਮੰਨ ਕੇ ਚੱਲਦੇ ਸੀ ਉਹਦੇ ਥਰੂ ਜਿਹੜੇ ਆਪਣੀ ਮਾਰਜਨਲੀ ਡਿਊ ਦੇ ਹਿਸਾਬ ਦੇ ਨਾਲ ਜਿਹੜੇ ਅੱਜ ਦੇ ਜਿਹੜੇ ਮੰਨ ਕੇ ਚੱਲਦੇ ਸੀ ਵੀ ਇੰਨਾ ਪ੍ਰਾਈਜ਼ ਹੋਊਗਾ, ਉਹ ਘਟ ਗਿਆ। ਜਿਹੜੇ ਲਾਈਕ ਐਜ਼ ਆ ਕਾਰਡਸ ਐਂਡ ਚੈਕਸ ਦੇ ਥਰੂ ਆਪਾਂ ਜਿਹੜੀਆਂ ਗੁੱਡਸ ਆ ਉਹਨਾਂ ਨੂੰ ਪਰਚੇਜ਼ ਕਰਨ ਲੱਗ ਪਏ। ਰੀਅਲ ਈਸਟੇਟ ਐਂਡ ਪ੍ਰੋਪਰਟੀ ਪ੍ਰਾਈਜ਼ ਆ ਜਿਹੜੇ ਉਹਨਾਂ ਦੇ ਸੈਕਟਰ ਲਈ, ਉਹਨਾਂ ਦੇ ਵੀ ਉਸ ਟਾਈਮ 'ਤੇ ਜਿਹੜੇ ਆਪਣੇ ਕੋਲ ਜਿਹੜੇ ਪ੍ਰਾਈਜ਼ ਆ ਉਹ ਵੀ ਘਟ ਗਏ। ਸੇਲ ਆਫ ਪ੍ਰੋਪਰਟੀ ਆ, ਪਾਰਟ ਆਫ ਦਾ ਟ੍ਰਾਂਜੈਕਸ਼ਨ ਕੈਸ਼ ਦੇ ਬੇਸਿਸ 'ਤੇ ਆਪਾਂ ਕਰਦੇ ਸੀ, ਉਹਨਾਂ ਨੂੰ ਵੀ ਆਪਾਂ ਕਿਹਦੇ ਬੇਸਿਸ 'ਤੇ ਕਰਨ ਲੱਗ ਪਏ, ਬੈਂਕ ਟ੍ਰਾਂਸਫਰ ਕਰਨ ਲੱਗ ਪਏ ਜਾਂ ਚੈੱਕ ਟ੍ਰਾਂਸਫਰ ਕਰਨ ਲੱਗ ਪਏ। ਪਹਿਲਾਂ ਆਪਾਂ ਜਦੋਂ ਪ੍ਰੋਪਰਟੀ ਲੈਂਦੇ ਸੀਗੇ ਉਹਨੂੰ ਆਪਾਂ ਕੈਸ਼ ਪੇਮੈਂਟ ਕਰਦੇ ਸੀ, ਪਰ ਬਾਅਦ ਵਿੱਚ ਉਹਨਾਂ ਨੂੰ ਕੀ ਕਰਨ ਲੱਗ ਪਏ, ਆਪਾਂ ਬਾਇਆ ਬੈਂਕ ਟੂ ਬੈਂਕ ਜਿਹੜੀ ਆ ਅਗਰ ਇੱਕ ਪਰਸਨ ਦੇ ਅਕਾਊਂਟ ਤੋਂ ਦੂਸਰੇ ਪਰਸਨ ਦੇ ਅਕਾਊਂਟ ਦੇ ਵਿੱਚ ਪਾਉਣ ਲੱਗ ਪਏ, ਜਿਹਦੇ ਨਾਲ ਜਿਹੜਾ ਉਹਨਾਂ ਦਾ ਪ੍ਰਾਈਜ਼ ਆ ਹੋ ਡਾਊਨ ਹੋ ਗਿਆ। ਨੈਕਸਟ ਹੈ ਇਫੈਕਟ ਔਨ GDP। ਗਰੋਸ ਡੋਮੈਸਟਿਕ ਪ੍ਰੋਡਕਟ 'ਤੇ ਵੀ ਕਹਿੰਦੇ ਇੰਪੈਕਟ ਪਿਆ, ਜਿਹਦੇ ਨਾਲ ਜਿਹੜੀ ਆਪਣੀ ਕੰਜ਼ੰਪਸ਼ਨ ਡਿਮਾਂਡ ਆ ਉਹ ਘਟ ਗਈ। ਲੋਕਾਂ ਦੀ ਜਿਹੜੀਆਂ ਗੁੱਡਸ ਨੂੰ ਕੰਜ਼ਿਊਮ ਕਰਨ ਦੀ ਆ ਡਿਮਾਂਡ ਆ ਉਹ ਘਟ ਗਈ। ਨਾਲ ਦੀ ਨਾਲ ਜਿਹੜੇ ਫੈਸਟੀਵਲ ਡਿਮਾਂਡਸ ਆ ਉਹਦੇ 'ਤੇ ਵੀ ਇੰਪੈਕਟ ਪਿਆ। ਹੋਰ ਇਹਨਾਂ ਦੇ ਕੀ ਪਿਆ ਆ, ਆਪਣੇ ਕੋਲ ਜਿਹੜੀਆਂ ਡੈਫਰਡ ਪੇਮੈਂਟਸ ਸੀਗੀਆਂ ਜਾਂ ਰੀਐਂਟ ਸਟ੍ਰੀਮ ਆ, ਉਹ ਸਿਚੁਏਸ਼ਨ ਕੀ ਆ ਨੋਰਮਲ ਹੋ ਗਈਆਂ। ਡੈਫਰੈਂਟ ਪੇਮੈਂਟਸ ਕਿਹੜੀਆਂ ਹੁੰਦੀਆਂ ਆ, ਜਿਹੜੀਆਂ ਕਿ ਆਪਾਂ ਫਿਊਚਰ ਦੇ ਵਿੱਚ ਪੇ ਕਰ ਸਕਦੇ ਹਾਂ। ਆਪਾਂ ਕਹਿੰਦੇ ਹਾਂ ਵੀ ਮੈਂ 2 ਸਾਲ ਜਾਂ 6 ਮਹੀਨਿਆਂ ਬਾਅਦ ਜਾਂ 6 ਸਾਲ ਬਾਅਦ ਤੁਹਾਨੂੰ ਜਿਹੜੇ ਆ ਪੈਸੇ ਵਿਦ ਇੰਟਰਸਟ ਪੇ ਕਰੂੰਗਾ, ਉਹ ਕੀ ਹੋ ਗਈਆਂ, ਨੋਰਮਲ ਹੋ ਗਈਆਂ। ਨੈਕਸਟ ਆਪਣੇ ਕੋਲ ਇੰਪੈਕਟ ਇਫੈਕਟ ਔਨ ਔਨਲਾਈਨ ਟ੍ਰਾਂਜੈਕਸ਼ਨ ਐਂਡ ਅਲਟਰਨੇਟਿਵ ਮੋਡਸ ਆਫ ਪੇਮੈਂਟਸ। ਇਹਦੇ ਨਾਲ ਕੀ ਆ, ਕੈਸ਼ ਟ੍ਰਾਂਸਫਰ ਜਿਹੜੀਆਂ ਸੀਗੀਆਂ ਉਹ ਤਾਂ ਟੋਟਲੀ ਬੰਦ ਹੋ ਗਈਆਂ, ਮੀਨਸ ਬੰਦ ਵੀ ਨਹੀਂ ਕਹਿ ਸਕਦੇ, ਹੌਲੀ ਹੌਲੀ ਜਿਹੜੀਆਂ ਉਹਨਾਂ ਨੂੰ ਘੱਟ ਹੋ ਗਿਆ। ਆਪਾਂ ਕਿਹਦੇ ਥਰੂ ਕਰਨ ਲੱਗ ਪਏ, ਈ ਬੈਂਕਿੰਗ ਦੇ ਥਰੂ ਕਰਨ ਲੱਗ ਪਏ, ਡੈਬਿਟ ਕਾਰਡ ਕ੍ਰੈਡਿਟ ਕਾਰਡ, ਜਿਹਦੇ ਥਰੂ ਆਪਣੇ ਜਿਹੜੀਆਂ ਡਿਮਾਂਡਸ ਆ ਉਹ ਫੁੱਲਫਿਲ ਕਰਨ ਲੱਗ ਪਏ। ਉਹਦੇ ਨਾਲ ਜਿਹੜੀਆਂ ਆਪਣੀਆਂ ਡਿਮਾਂਡਸ ਆ ਵੱਧ ਗਈਆਂ। ਇਹਦੇ ਵਿੱਚ ਇਹ ਬਿੱਲ ਪੇ ਕਰਨ ਦੇ ਵਿੱਚ ਜਿਹੜੀ ਆ ਟਰਾਂਸਪੈਰੈਂਸੀ ਆ ਗਈ, ਜਿਹਦੇ ਕਰਕੇ ਆਪਣੀ ਜਿਹੜੀਆਂ ਔਨਲਾਈਨ ਜਿਹੜੀਆਂ ਟ੍ਰਾਂਜੈਕਸ਼ਨਸ ਆ ਉਹ ਜ਼ਿਆਦਾ ਹੋ ਗਈਆਂ।
ਹੁਣ ਕੀ ਆ ਨੈਕਸਟ ਪੁਆਇੰਟ ਹੈ ਆਪਣੇ ਕੋਲ ਵਿਲ ਡੀਮੋਨੀਟਾਈਜੇਸ਼ਨ ਸਲੋ ਡਾਊਨ ਇੰਡੀਆਜ਼ ਗਰੋਥ। ਕੀ ਕਹਿੰਦੇ ਜਿਹੜੀ ਡੀਮੋਨੀਟਾਈਜੇਸ਼ਨ ਦੇ ਆਉਣ ਦੇ ਨਾਲ, ਵਿਮੁੰਦਰੀਕਰਨ ਦੇ ਆਉਣ ਦੇ ਨਾਲ ਜਿਹੜੀ ਆਪਣੀ ਭਾਰਤ ਦੀ ਗਰੋਥ ਆ ਉਹਦੇ ਵਿੱਚ ਕੀ ਕਹਿੰਦੇ ਉਹ ਡਾਊਨ ਹੋਣ ਲੱਗ ਪਈ। ਹਾਂ ਕਹਿੰਦੇ ਇਹ ਡੀਮੋਨੀਟਾਈਜੇਸ਼ਨ ਦੇ ਨਾਲ ਆਪਣੀ ਜਿਹੜੀ ਗਰੋਥ ਆ ਹੌਲੀ ਹੌਲੀ ਛੋਟੇ ਟਾਈਮ ਦੇ ਲਈ, ਛੋਟੇ ਵਕਤ ਦੇ ਲਈ ਇਹ ਕੀ ਆ ਡਾਊਨ ਹੋਣ ਲੱਗ ਪਈ। ਜਿਹੜੇ ਮੀਡੀਅਮ ਟਾਈਪ ਦੇ ਪਿਊਪਲ ਸੀਗੇ ਉਹਨਾਂ ਕੋਲ ਕੀ ਹੋਣ ਲੱਗ ਪਈ, ਉਹਨਾਂ ਕੋਲ ਜਿਹੜੀ ਮਨੀ ਆ ਉਹ ਘੱਟ ਹੋਣ ਲੱਗ ਪਈ, ਜਿਹਦੇ ਕਰਕੇ ਆਪਣੀ ਜਿਹੜੀ ਡਿਮਾਂਡ ਆ ਉਹ ਵੀ ਘੱਟ ਗਈ। ਉਹਦੇ ਆਉਣ ਦੇ ਨਾਲ ਜਿਹੜੀ ਆਪਣੀ ਗਰੋਥ ਹੈ ਇੰਡੀਆ ਦੀ, ਉਹਦੇ ਵਿੱਚ ਵੀ ਜਿਹੜਾ ਇੰਡੀਆ ਦਾ ਗਰੋਥ ਸੀਗਾ ਉਹਦੇ ਵਿੱਚ ਵੀ ਘੱਟ ਹੋਣ ਲੱਗ ਪਿਆ। ਜਿਹਦੇ ਨਾਲ ਜਿਹੜੇ ਪਿਊਪਲ ਦੀ ਕੋਲ ਮਨੀ ਅਤੇ ਉਹਨਾਂ ਦਾ ਜਿਹੜਾ ਮਾਰਕੀਟ ਦੇ ਵਿੱਚ ਟਰੈਕ ਸੀਗਾ ਉਹ ਘੱਟ ਗਿਆ। ਪਰ ਕਹਿੰਦੇ ਲੌਂਗ ਟਰਮ ਦੇ ਵਿੱਚ ਇਹ ਫਿਕਸ਼ਨਲੀ ਹੋਣ ਲੱਗ ਪਏ ਅਤੇ ਉਹਨਾਂ ਦੇ ਵਿੱਚ ਕਈ ਵਾਰੀ ਲੜਾਈਆਂ ਹੋਣ ਲੱਗ ਪਈਆਂ ਲੋਕਾਂ ਦੇ ਵਿੱਚ। ਉਹ ਕਹਿਣ ਲੱਗ ਪਈ ਕਿ ਕਈਆਂ ਦਾ ਕਹਿਣਾ ਸੀਗਾ ਵੀ ਇਹਦਾ ਜਿਹੜਾ ਆ ਡੀਮੋਨੀਟਾਈਜੇਸ਼ਨ ਹੋਣ ਦੇ ਨਾਲ ਬਹੁਤ ਹੀ ਬੈਨੀਫਿਟ ਹੋਇਆ। ਕਈਆਂ ਦਾ ਕਹਿਣਾ ਸੀ ਇਹਦੇ ਨਾਲ ਜਿਹੜੀਆਂ ਬਹੁਤ ਸਾਰੀਆਂ ਟਰਮਸ ਆ ਉਹ ਗਲਤ ਹੋ ਗਈਆਂ। ਕਈਆਂ ਨੇ ਤਾਂ ਆਪਣੇ ਜਿਨ੍ਹਾਂ ਕੋਲ ਖਾਣ ਪੀਣ ਦੇ ਲਈ ਵੀ ਪੈਸੇ ਨਹੀਂ ਸੀ ਉਹਨਾਂ ਨੇ ਕੀ ਆ ਕਈ ਕੌਮਾਂ ਦੇ ਵਿੱਚ ਚਲੇ ਗਏ, ਕਈ ਆਪਣੀਆਂ ਜਿਹੜੀਆਂ ਕਿ ਆਪਣੇ ਆਪ ਨੂੰ ਸੁਸਾਈਡ ਕਰਨ ਦੇ ਰੂਪ ਦੇ ਵਿੱਚ ਵੀ ਆ ਗਏ ਸੀਗੇ। ਜਦੋਂ ਇੰਡੀਆ ਦੇ ਵਿੱਚ ਕਹਿੰਦੇ ਕੈਸ਼ ਬੇਸ ਸਿਸਟਮ ਸੀਗਾ ਉਦੋਂ ਡੀਮੋਨੀਟਾਈਜੇਸ਼ਨ ਕੀ ਸੀ, ਟੈਂਪਰਲੀ ਡਿਕਰੀਜ਼ ਲਿਕੁਇਡਿਟੀ ਦੇ ਰੂਪ ਦੇ ਵਿੱਚ ਸੀ। ਪਹਿਲਾਂ ਕੀ ਸੀਗੇ ਲੋਕੀ ਇੱਕ 1% ਟੂ ਅਨਦਰ ਪਰਸਨ ਕੈਸ਼ ਦੇ ਦਿੰਦੇ ਸੀਗੇ। ਹੁਣ ਅੱਜ ਕੱਲ੍ਹ ਦੇ ਸਿਸਟਮ ਦੇ ਵਿੱਚ ਕੀ ਆ, ਜਿਹੜੀਆਂ ਜਿਹੜੀ ਵੀ ਟ੍ਰਾਂਜੈਕਸ਼ਨਸ ਕੀਤੀਆਂ ਜਾਂਦੀਆਂ ਆ ਉਹ ਔਨਲਾਈਨ ਟ੍ਰਾਂਜੈਕਸ਼ਨਸ ਕੀਤੀਆਂ ਜਾਂਦੀਆਂ, ਜਿਹਦੇ ਕਰਕੇ ਜਿਹੜਾ ਆਪਣਾ ਕੋਲ ਕੰਜ਼ਿਊਮਰ ਦੀ ਮਾਰਕੀਟ ਆ ਉਹ ਹੌਲੀ ਹੌਲੀ ਘਟਦੀ ਜਾ ਰਹੀ ਆ। ਨੈਕਸਟ ਹੈ ਪੀਪਲ ਹੈਵ ਪੈਨਿਕਡ ਡਿਊ ਟੂ ਸਡਨ ਡੀਮੋਨੀਟਾਈਜੇਸ਼ਨ। ਕੀ ਆ ਇੱਦਾਂ ਦੀਆਂ ਜਿਹੜੀਆਂ ਕਹਿੰਦੇ ਫੋਰਸਿਸ ਆ ਉਹਨਾਂ ਨੂੰ ਜਿਹੜੀਆਂ ਆਪਣੀਆਂ ਜਿਹੜੀਆਂ ਇਹਦੇ ਨਾਲ ਕੀ ਹੋਣ ਲੱਗ ਪਿਆ, ਜਦੋਂ ਔਨਲਾਈਨ ਟ੍ਰਾਂਜੈਕਸ਼ਨਸ ਕਰਨ ਲੱਗ ਪਏ ਉਹਨਾਂ ਦੇ ਅਕਾਊਂਟ ਦੇ ਵਿੱਚ ਜਿਹੜੀ ਮਨੀ ਆ ਉਹ ਸਟੋਰ ਹੋਣ ਲੱਗ ਪਈ, ਜਿਹਦੇ ਨਾਲ ਹੌਲੀ ਹੌਲੀ ਜਿਹੜੀ ਕੰਜ਼ਿਊਮਰ ਦੀ ਮਾਰਕੀਟ ਆ ਉਹ ਕੀ ਚੱਲ ਗਈ ਡਾਊਨ ਜਾਣੀ ਸਟਾਰਟ ਹੋ ਗਈ। ਨੈਕਸਟ ਹੈ ਕਨਕਲੂਜ਼ਨ। ਇਹ ਤੇ ਆਪਾਂ ਕਹਿੰਦੇ ਆ ਵੀ ਜਿਹੜੇ ਆਪਣੇ ਕੋਲ ਇਹਦੇ ਕਈ ਐਡਵਾਂਟੇਜਸ ਵੀ ਆ ਅਤੇ ਇਹਦੀਆਂ ਡੀਐਡਵਾਂਟੇਜਸ ਵੀ ਆ। ਜਿਹਦੇ ਨਾਲ ਕਿ ਆਪਣੇ ਕੋਲ ਐਡਵਾਂਟੇਜ ਕੀ ਆ, ਗੌਰਮੈਂਟ ਨੂੰ ਬੈਨੀਫਿਟ ਹੋਇਆ। ਗੌਰਮੈਂਟ ਨੇ ਕਈ ਇੱਦਾਂ ਦੇ ਜਿਹੜੇ ਸਟੈਪਸ ਚੱਕੇ ਜਿਹਦੇ ਨਾਲ ਜਿਹੜੀ ਆਪਣੀ ਕਰੰਸੀ ਆ ਉਹਦਾ ਜਿਹੜਾ ਫਲੋ ਰੇਟ ਆ ਉਹ ਕੰਟੀਨਿਊਸਲੀ ਜਿਹੜਾ ਰੈਗੂਲਰ ਬੇਸਿਸ 'ਤੇ ਚੱਲਣਾ ਸਟਾਰਟ ਹੋ ਗਿਆ। ਇਹਦੇ ਨਾਲ ਕੀ ਆ ਆਪਣੀ ਇਕੋਨਮੀ ਦੇ ਵਿੱਚ ਮੈਸਿਵ ਚੇਂਜ ਆਇਆ, ਬਹੁਤ ਹੀ ਵੱਡਾ ਚੇਂਜ ਆਇਆ ਹੈ। ਆਪਾਂ ਕਹਿੰਦੇ ਗੌਰਮੈਂਟ ਨੂੰ ਆਪਾਂ ਕੰਗਰੈਚੂਲੇਟ ਕਰਦੇ ਹਾਂ, ਜਿਹਦੇ ਕਰਕੇ ਜਿਹੜੇ ਆਪਣੇ ਡੈਮੋਕ੍ਰੇਸੀ ਆ ਗਈ, ਲੋਕਾਂ ਦੇ ਹੱਥਾਂ ਦੇ ਵਿੱਚ ਡਿਸੀਜ਼ਨ ਆ ਗਿਆ ਵੀ ਮੈਂ ਕਿਹੜੀ ਉਹਦੇ ਕੋਲ ਹੱਕ ਰਾਈਟ ਆ ਗਏ ਵੀ ਉਹ ਕਿਹੜੀ ਚੀਜ਼ 'ਤੇ ਆਪਣਾ ਜਿਹੜੀਆਂ ਆਪਣੀ ਮਨੀ ਨੂੰ ਖਰਚ ਸਕਦੇ ਆ, ਕਿਹੜੀ ਚੀਜ਼ 'ਤੇ ਨਹੀਂ ਖਰਚ ਸਕਦੇ। ਕਿਉਂਕਿ ਉਹ ਔਨਲਾਈਨ ਬੇਸਿਸ 'ਤੇ ਆਪਣੀਆਂ ਜਿਹੜੇ ਮਰਜ਼ੀ ਪ੍ਰੋਡਕਟ ਨੂੰ ਯੂਜ਼ ਕਰ ਸਕਦੇ ਆ, ਲੈ ਸਕਦੇ ਆ ਜਦੋਂ ਮਰਜ਼ੀ, ਜਿਹੜੇ ਟਾਈਮ ਲੈਣਾ ਉਹ ਚਾਹੁੰਦੇ ਆ। ਦੈਟਸ ਇਟ। ਇਨ ਕੇਸ ਤੁਹਾਨੂੰ ਕੋਈ ਪ੍ਰੋਬਲਮ ਆ ਤਾਂ ਕੋਈ ਵੀ ਪੁਆਇੰਟ 'ਤੇ ਪਲੀਜ਼ ਡਿਸਕਸ ਕਰ ਲਿਓ। ਥੈਂਕਸ ਟੂ ਆਲ ਗਰੁੱਪ ਦੇ ਵਿੱਚ।